परम सत्कारयोग सतगुरां दी साजी निवाजी गुरु रूप प्यारी गुरु सवारी साध संगत जी, आप जी सारी संगत गुरु साहिब जी महाराज की किरपा दे नाल गुरु दरबार दे विच पहुँचदे हो। अकाल पुरख महाराज जी ने किरपा की है, गुरसिखां दी रसना तो गुरबाणी सरवण कीती, नाल नाल गुरु दे शब्द दी विचारधारा, जिहड़ी विचारधारा दे विचों मनुखता नूं अपने जन्म बारे, जीवन बारे अते मरण बारे सारा कुछ ज्ञान गुरु दे शब्द दे विचों मिलदा है। सत संगत उही गुरमुख जन करदे ने जिन्हां दे भाग जागे हुंदे ने। सुते हुए भागां दी ये निशानी है कि कलयुग का ये समा हर एक देही नूं परमात्मा दे घर दे विच नहीं आउण दिंदा। श्री गुरु ग्रंथ साहिब जी महाराज कलयुग दे कुछ लक्षण गुरबाणी दे विच दर्ज करते ने। सतगुरां दा महान वाक है, जे को सत करे सो छीजै, तप घर तप ना होई। जे को नाव लय बदनावी, कल के लखण एही। कलयुग दे की लक्षण ने? जे को तप करे सो छीजै। पहला कलयुग का लक्षण है कि दुनियादारी दे विच विचरदा होया मनुख जेड़ा भी तप करेगा, वाकी दियां उतों वस्तुआं सारियां छिज जांदियां ने। बहुता धन उहदे कोल नहीं होवेगा। जे को तप करे सो छीजै, तप घर तप ना होई। तप करन वाला मनुख बहुता हंकारी नहीं होऊगा, क्रोधी नहीं होऊगा, ज़्यादा लोभी नहीं होऊगा। जेड़े तपस्या नहीं करते, तप नहीं करते, सिमरन तो वांझे ने, वो लोभी भी मिल जाणगे, हंकारी भी मिल जाणगे, क्रोधी भी मिल जाणगे। और हर एक घर दे विच, हर एक शहर कस्बे पिंडां दे विच तुहानूं मिल जाणगे। पर निरहंकारी बंदा, ना लोभ है, ना क्रोध है, ना कोई हंकार है, इहो जिहा मनुख समाज दे विच बिरला वांझा किते कदी कदाई मिलता है, रब्बी सबबी। जे को तप करे सो छीजै, तप घर तप ना होई। जे को नाव लय बदनावी, कल के लखण एही। ते लोभी हंकारी दे दूजा इसदा लक्षण है कि तप नहीं करन देवेगा। कलयुग का तीसरा लक्षण है कि
ਜਿਹੜੇ ਮਨੁੱਖ ਤਪ ਕਰਨਗੇ, ਸਿਮਰਨ ਕਰਨਗੇ, ਸੇਵਾ ਕਰਨਗੇ, ਸਤ ਸੰਗਤ ਕਰਨਗੇ, ਕਰਾਉਣਗੇ, ਜੇ ਕੋ ਨਾਉ ਲਏ ਬਦਨਾਵੀ, ਤੇ ਕਲਯੁਗੀ ਜੀਵ ਉਹਨਾਂ ਨੂੰ ਬਦਨਾਮ ਕਰਨਗੇ। ਕਲਯੁਗ ਦਾ ਇਹ ਤੀਜਾ ਜਿਹੜਾ ਲੱਛਣ ਹੈ ਕਿ ਜੇ ਕੋਈ ਸੰਗਤ ਕਰਦਾ ਹੈ, ਜੇ ਕੋਈ ਬਾਣੀ ਪੜ੍ਹਦਾ ਹੈ, ਜੇ ਕੋਈ ਬਾਣੀ ਸੁਣਦਾ ਹੈ, ਕੋਈ ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਤੇ ਕਲਯੁਗ ਜਿਹੜਾ ਹੈ ਤੀਜੇ ਲੱਛਣ ਦੇ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਤੁਹਾਨੂੰ ਤਪ ਕਰਨ ਵਾਲਿਆਂ ਨੂੰ, ਸਿਮਰਨ ਕਰਨ ਵਾਲਿਆਂ ਨੂੰ, ਸੇਵਾ ਕਰਨ ਵਾਲਿਆਂ ਨੂੰ, ਸੰਗਤ ਕਰਨ ਵਾਲਿਆਂ ਨੂੰ, ਕਰਾਉਣ ਵਾਲਿਆਂ ਨੂੰ, ਤੁਹਾਨੂੰ ਸਾਰੇ ਦੇ ਸਾਰਿਆਂ ਨੂੰ ਇਹ ਬਦਨਾਮ ਕਰਨ ਦਾ ਯਤਨ ਕਰੇਗਾ। ਤਾਂ ਇਹ ਕਲਯੁਗ ਦਾ ਤੀਜਾ ਲੱਛਣ ਹੈ। ਭਾਵ ਕਿ ਤੁਹਾਡੀ ਜ਼ਿੰਦਗੀ 'ਤੇ ਉਹ ਨੁਕਤਾਚੀਨੀ ਕਰੇਗਾ। ਚਲੋ ਇਹਦੇ ਵਿੱਚ ਇੱਕ ਦੋ ਉਦਾਹਰਨਾਂ ਲਈਏ। ਦੁਨੀਆਦਾਰੀ ਦੇ ਵਿੱਚ ਕਲੱਬ ਬਣੇ ਹੋਏ ਨੇ, ਥੀਏਟਰ ਬਣੇ ਹੋਏ ਨੇ, ਜੂਏਖਾਨੇ ਬਣੇ ਹੋਏ ਨੇ, ਸ਼ਰਾਬਖਾਨੇ ਬਣੇ ਹੋਏ ਨੇ, ਉਹਨਾਂ 'ਤੇ ਕੋਈ ਨੁਕਤਾਚੀਨੀ ਨਹੀਂ ਕਰਦਾ। ਕਦੇ ਦੇਖਿਆ ਕੋਈ? ਜੂਏਖਾਨਿਆਂ 'ਤੇ, ਸ਼ਰਾਬਖਾਨਿਆਂ 'ਤੇ, ਵੈਸ਼ਾਲਿਆਂ 'ਤੇ, ਇਹਨਾਂ 'ਤੇ ਕਦੇ ਕੋਈ ਨੁਕਤਾਚੀਨੀ ਕਰਦਾ ਦੇਖਿਆ ਕਿ ਤੁਸੀਂ ਠੇਕਾ ਠੀਕ ਨਹੀਂ ਬਣਾਇਆ, ਜਾਂ ਜੂਆਖਾਨਾ ਠੀਕ ਨਹੀਂ ਬਣਾਇਆ, ਸ਼ਰਾਬਖਾਨਾ ਠੀਕ ਨਹੀਂ ਬਣਾਇਆ, ਕਲੱਬ ਠੀਕ ਨਹੀਂ ਬਣਾਇਆ, ਥੀਏਟਰ ਠੀਕ ਨਹੀਂ ਬਣਾਇਆ? ਕਦੇ ਕੋਈ ਨੁਕਤਾਚੀਨੀ ਕਰਦਾ ਦੇਖਿਆ? ਨਹੀਂ ਹੁੰਦੀ ਉਹਨਾਂ 'ਤੇ। ਕਿੱਥੇ ਹੁੰਦੀ ਹੈ? ਪਰਮਾਤਮਾ ਦੇ ਘਰ ਦੇ ਵਿੱਚ ਤੁਸੀਂ ਜਾਓ, ਤੁਸੀਂ ਸੇਵਾ ਕਰੋਗੇ, ਤੁਹਾਨੂੰ ਫਿਰ ਵੀ ਨੁਕਤਾਚੀਨੀ ਕਰਨੀ ਹੈ। ਬਾਣੀ ਪੜ੍ਹੋਗੇ, ਫਿਰ ਵੀ ਨੁਕਤਾਚੀਨੀ ਕਰਨੀ ਹੈ। ਬਾਣੀ ਨੂੰ ਸੁਣੋਗੇ, ਕਥਾ ਕਰੋਗੇ, ਕਥਾ ਸੁਣੋਗੇ, ਜਿੰਨੇ ਕੰਮ ਤੁਸੀਂ ਪਰਮਾਤਮਾ ਦੇ ਘਰ ਦੇ ਵਿੱਚ ਕਰੋਗੇ ਉਹਨਾਂ ਸਾਰਿਆਂ 'ਤੇ ਨੁਕਤਾਚੀਨੀ ਹੋਣੀ ਹੀ ਹੋਣੀ ਹੈ। ਇਹ ਤਾਂ ਗੱਲ ਪੱਕੀ ਹੈ। ਤੋ ਅਗਰਵਾਈਜ਼ ਜੇ ਅਸੀਂ ਨੁਕਤਾਚੀਨੀ ਕਰਦੇ ਹਾਂ ਤਾਂ ਇਹਦਾ ਮਤਲਬ ਕਿ ਅਸੀਂ ਤਾਂ ਸਾਰੀ ਦੀ ਸਾਰੀ ਦੁਨੀਆ ਘੁਮਾਤੀ ਸੀ ਕਿ ਕਲਯੁਗ ਇੱਥੇ ਰਹਿੰਦਾ, ਕਲਯੁਗ ਦਾ ਸਮਾਂ ਆ ਗਿਆ, ਬੜਾ ਮਾੜਾ ਆ ਗਿਆ, ਤੇ ਖੁਦ ਹੀ ਕਲਯੁਗੀ ਬਣੇ ਬੈਠੇ ਅਸੀਂ ਤਾਂ। ਅਗਰਵਾਈਜ਼ ਜੇ ਨੁਕਤਾਚੀਨੀ, ਕਿਉਂਕਿ ਨੁਕਤਾਚੀਨੀ ਹਮੇਸ਼ਾ ਹੀ ਇਹ ਧਾਰਮਿਕ ਸਥਾਨਾਂ 'ਤੇ ਕੀਤੀ ਜਾਂਦੀ ਹੈ, ਧਾਰਮਿਕ ਬੰਦਿਆਂ 'ਤੇ ਕੀਤੀ ਜਾਂਦੀ ਹੈ ਹਮੇਸ਼ਾ ਨੁਕਤਾਚੀਨੀ। ਕਿ ਤੁਸੀਂ ਅੱਜ ਨੁਕਤਾਚੀਨੀ 'ਤੇ ਕਲੱਬਾਂ, ਥੀਏਟਰਾਂ ਦੇ ਵਿੱਚ ਬੰਦਾ ਜੂਏਖਾਨਿਆਂ ਦੇ ਵਿੱਚ ਅੱਧੀ ਰਾਤ ਲੰਘਾ ਦਿੰਦਾ ਹੈ। ਕਥਾ ਕੀਰਤਨ ਕਰਨ ਵਾਲਾ, ਸੁਣਨ ਵਾਲਾ ਜੇ ਕਦੇ 5-10 ਮਿੰਟ ਲੇਟ ਹੋ ਜਾਏ ਨੁਕਤਾਚੀਨੀ ਸ਼ੁਰੂ ਹੋ ਜਾਂਦੀ ਹੈ। ਹੋਰ ਨੁਕਤਾਚੀਨੀ ਕਿਸ ਨੂੰ ਕਹਿੰਦੇ ਨੇ? ਮਾੜੀ ਮਾੜੀ ਗੱਲ 'ਤੇ ਨੁਕਤਾਚੀਨੀ ਸ਼ੁਰੂ ਹੈ। ਕਿਸੇ ਦੇ ਟਾਈਮ ਸਿਰ ਨਾ ਜਾਓ, 5-4 ਮਿੰਟ ਲੇਟ ਹੋ ਜਾਓ, ਨੁਕਤਾਚੀਨੀ ਵੱਟਦੇ ਹੈ। ਸੇਵਾ 'ਤੇ, ਸਿਮਰਨ 'ਤੇ, ਸੰਗਤ 'ਤੇ ਜਿਹੜਾ ਵੀ ਬੰਦਾ ਨੁਕਤਾਚੀਨੀ ਕਰਦਾ ਹੈ ਤਾਂ ਇਹ ਮਤ ਸਮਝੇ ਕਿ ਕਲਯੁਗ ਆਇਆ ਹੋਇਆ, ਨਹੀਂ ਤੂੰ ਖੁਦ ਹੀ ਕਲਯੁਗ ਹੈ। ਇਹ ਗੱਲ ਕੋਈ ਨਹੀਂ ਕਹਿ ਰਿਹਾ, ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿ ਰਹੇ ਨੇ। ਜੇ ਕੋ ਨਾਉ ਲਏ ਬਦਨਾਵੀ, ਜਿਹੜੇ ਨਾਮ ਲੈਣ ਵਾਲੇ ਬੰਦੇ ਨੇ ਉਹਨਾਂ ਨੂੰ ਜਿਹੜੇ ਬਦਨਾਮ ਕਰਦੇ ਨੇ, ਤੇ ਬਦਨਾਮੀ ਤੇ ਨਾਮ ਲੈਣ ਵਾਲਿਆਂ ਦੀ ਕੀਤੀ ਜਾਂਦੀ ਹੈ, ਸ਼ਰਾਬ ਪੀਣ ਵਾਲਿਆਂ ਦੀ ਥੋੜ੍ਹੋ ਕੀਤੀ ਜਾਂਦੀ ਹੈ। ਕਦੇ ਕਰਦਾ ਦੇਖਿਆ ਕੋਈ? ਜੂਏਖਾਨੇ ਵਿੱਚ ਬੈਠੇ ਹੋਏ ਬੰਦੇ ਦੀ ਨੁਕਤਾਚੀਨੀ ਨਹੀਂ ਕੋਈ ਕਰਦਾ। ਕਲੱਬਾਂ ਦੇ ਵਿੱਚ ਜਾ ਕੇ ਕੋਈ ਨੁਕਤਾਚੀਨੀ ਨਹੀਂ ਕਰਦਾ। ਬਥੇਰੇ ਹੁੰਦੇ ਨੇ ਜਿਹੜੇ ਕਰਨ ਦੇ ਯਤਨ ਕਰਦੇ ਨੇ ਕਲੱਬਾਂ ਦੇ ਵਿੱਚ, ਥੀਏਟਰਾਂ ਦੇ ਵਿੱਚ, ਜੂਏਖਾਨਿਆਂ ਦੇ ਵਿੱਚ, ਪਰ ਜਦੋਂ ਕੋਈ ਉੱਥੇ ਨੁਕਤਾਚੀਨੀ ਸ਼ੁਰੂ ਕਰਦਾ ਨਾ, ਉਦੋਂ ਫਿਰ ਉਹ ਬੰਦੇ ਨੂੰ ਪਕੜ ਲੈਂਦੇ ਨੇ, ਉਹਦੀ ਨੁਕਤਾਚੀਨੀ ਬੰਦ ਵੀ ਕਰ ਦਿੰਦੇ ਨੇ। ਬਥੇਰਿਆਂ ਦੀਆਂ ਹੋਈਆਂ ਜੂਏਖਾਨਿਆਂ, ਸ਼ਰਾਬਖਾਨਿਆਂ ਦੇ ਵਿੱਚ
ਸਹਿੰਦੇ ਥੋੜੋ ਨੇ ਅਗਲੇ। ਤੋ ਉੱਥੇ ਨੁਕਤਾਚੀਨੀ ਨਹੀਂ ਕੀਤੀ ਜਾਂਦੀ। ਨਗਰ ਖੇੜੇ ਸ਼ਹਿਰ ਕਸਬਿਆਂ ਦੇ ਵਿੱਚ ਜੋ ਵੀ ਨਵਾਂ ਸ਼ਰਾਬਖਾਨਾ ਬਣੇ, ਜੂਆਖਾਨਾ ਬਣੇ, ਥੀਏਟਰ ਬਣੇ, ਕਲੱਬ ਬਣੇ, ਹੋਰ ਕੋਈ ਮਾੜੀ ਜਗ੍ਹਾ ਚੀਜ਼ ਬਣੇ, ਉਹ 'ਤੇ ਨੁਕਤਾਚੀਨੀ ਨਹੀਂ ਕੀਤੀ ਜਾਂਦੀ। ਕੇਵਲ ਤੇ ਕੇਵਲ ਧਾਰਮਿਕ ਸਥਾਨ 'ਤੇ ਜਾ ਕੇ ਨੁਕਤਾਚੀਨੀ ਕੀਤੀ ਜਾਂਦੀ ਹੈ। ਕਿਉਂਕਿ ਇਹ ਗੱਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਗੱਲ ਦੀ ਹਾਮੀ ਭਰਦੇ ਨੇ, ਜੇ ਕੋ ਨਾਉ ਲਏ ਬਦਨਾਵੀ। ਜਦੋਂ ਕੋਈ ਵੀ ਕੰਮ ਤੂੰ ਨਾਮ ਲੈਣ ਵਾਲਾ ਕਰੇਗਾ ਨਾ, ਚਾਹੇ ਕੋਈ ਸੇਵਾ ਕਰੀ, ਸਿਮਰਨ ਕਰੀ, ਚਾਹੇ ਤੂੰ ਕਥਾ ਕਰੀ, ਚਾਹੇ ਤੂੰ ਕਥਾ ਸੁਣੀ, ਚਾਹੇ ਬਾਣੀ ਪੜ੍ਹੀ, ਚਾਹੇ ਬਾਣੀ ਸੁਣੀ, ਇਹ ਜਦੋਂ ਕਰਮ ਕਰੇਗਾ ਨਾ, ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਤੇਰੀ ਬਦਨਾਮ ਤੈਨੂੰ ਕਰਨਾ ਹੀ ਕਰਨਾ ਹੈ। ਤੇ ਜਿਹੜੇ ਕਰਦੇ ਨੇ ਬਦਨਾਮ, ਇਹ ਤੀਜਾ ਲੱਛਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਦੱਸਿਆ। ਮਤ ਭੁਲੇਖੇ ਦੇ ਵਿੱਚ ਰਹਿ ਜੀ ਵੀ ਕਲਯੁਗ ਆ ਗਿਆ, ਨਹੀਂ ਕਲਯੁਗ ਆਇਆ ਨਹੀਂ, ਤੂੰ ਖੁਦ ਹੀ ਕਲਯੁਗੀ ਹੈ। ਕਿਉਂਕਿ ਕਲਯੁਗ ਤੋਂ ਬਿਨਾਂ ਇਹ ਨੁਕਤਾਚੀਨੀ ਹੋ ਨਹੀਂ ਸਕਦੀ। ਹੁਣ ਕਲਯੁਗ ਦੀ ਜਿਹੜੀ ਹੈ ਨਾਮ ਦੇ ਨਾਲ ਬਣਦੀ ਨਹੀਂ, ਤੇ ਜਿਹਦੀ ਜਦੋਂ ਨਾ ਬਣਦੀ ਹੋਵੇ, ਮਨੁੱਖ ਦੇ ਨਾਲ ਨਹੀਂ ਬਣਦੀ, ਤਾਂ ਮਨੁੱਖ ਦਾ ਇੱਕ ਦੂਸਰੇ ਵੱਲ ਝਾਕਣਾ ਵੀ ਦੁਸ਼ਮਣੀ ਦਾ ਰੂਪ ਧਾਰਨ ਕਰ ਜਾਂਦਾ ਹੈ। ਗਜਬ ਦੀ ਗੱਲ ਹੈ, ਨਹੀਂ ਬਣਦੀ। ਇੱਕ ਦੂਸਰੇ ਵੱਲ ਝਾਕ ਕੇ ਰਸਤੇ ਵਿੱਚ ਜਾਂਦੇ, ਤੇ ਬਸ ਇੱਥੋਂ ਹੀ ਗੱਲ ਸ਼ੁਰੂ ਹੋ ਜਾਂਦੀ ਹੈ ਕਿ ਤੂੰ ਮੇਰੇ ਵੱਲ ਝਾਕਿਆ ਕਿਉਂ ਹੈ। ਇੱਥੋਂ ਗੱਲ ਨਹੀਂ ਬਣਦੀ। ਇਸੇ ਲਈ ਕਲਯੁਗ ਦੀ ਨਾਮ ਦੇ ਨਾਲ ਬਣਦੀ ਨਹੀਂ ਹੈ। ਜਿੱਥੇ ਕਲਯੁਗ ਹੈ ਉੱਥੇ ਨਾਮ ਨਹੀਂ ਜਾਂਦਾ, ਜਿੱਥੇ ਨਾਮ ਹੈ ਉੱਥੇ ਕਲਯੁਗ ਦਾ ਮਤਲਬ ਹੀ ਨਹੀਂ ਪੈਦਾ ਕਿ ਜਾਵੇ। ਤੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਜੇ ਕੋ ਨਾਉ ਲਏ ਬਦਨਾਮੀ। ਜਿਹੜਾ ਰੱਬ ਦਾ ਨਾਮ ਲੈਂਦਾ ਹੈ, ਚਾਹੇ ਉਹ ਸੇਵਾ ਕਰਦਾ ਹੈ, ਚਾਹੇ ਉਹ ਸਿਮਰਨ ਕਰਦਾ ਹੈ, ਚਾਹੇ ਉਹ ਬਾਣੀ ਪੜ੍ਹਦਾ ਹੈ, ਚਾਹੇ ਉਹ ਬਾਣੀ ਸੁਣਦਾ ਹੈ, ਚਾਹੇ ਕਥਾ ਕਰਦਾ ਹੈ, ਚਾਹੇ ਉਹ ਕਥਾ ਸੁਣਦਾ ਹੈ, ਚਾਹੇ ਇਹਨਾਂ ਸਾਰੇ ਕੰਮਾਂ ਦੇ ਵਿੱਚੋਂ ਕੁਛ ਵੀ ਨਹੀਂ ਕਰਦਾ, ਬਿਲਕੁਲ ਨਿਰਲੇਪਤਾ ਦੇ ਵਿੱਚ ਆ ਕੇ ਦਰਬਾਰ ਦੇ ਵਿੱਚ ਬੈਠਾ ਰਹਿੰਦਾ ਹੈ, ਤੋ ਜੇ ਉਹਨੂੰ ਬਦਨਾਮ ਕਰਨ ਦੇ ਯਤਨ ਕਰਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਕਲਯੁਗ ਦਾ ਤੀਜਾ ਲੱਛਣ ਹੈ ਤੇਰੇ ਵਿੱਚ ਹੈ। ਕਲਯੁਗ ਕੋਈ ਬਾਹਰ ਨਹੀਂ ਹੈ। ਕਲਯੁਗ ਕਦੇ ਕਿਸੇ ਨੇ ਸੜਕਾਂ 'ਤੇ ਤੁਰਿਆ ਫਿਰਦਾ ਦੇਖਿਆ? ਕਦੇ ਚੱਲ ਕੇ ਰਸਤੇ ਦੇ ਵਿੱਚ ਮੈਨੂੰ ਦਰਵਾਜ਼ਾ ਖੋਲ੍ਹੋ ਮੈਂ ਕਲਯੁਗ ਹਾਂ ਤੁਹਾਡੇ ਘਰੇ ਆਉਣਾ? ਨਹੀਂ, ਇਹ ਸਾਰਾ ਕੁਛ ਮਨੁੱਖਤਾ ਦੇ ਅੰਦਰ ਹੀ ਹੈ। ਜੇ ਕੋ ਨਾਉ ਲਏ ਬਦਨਾਵੀ ਕਲ ਕੇ ਲੱਖਣ ਇਹੀ। ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਮੋਹਰ ਲਾਤੀ ਹੈ ਵੀ ਭਾਈ ਕਲਯੁਗ ਦੇ ਆਹ ਲੱਛਣ ਨੇ, ਇਹ ਲੱਛਣ ਨੇ ਜੇ ਤੁਸੀਂ ਕਿਸੇ ਨੂੰ ਬਦਨਾਮ ਕਰਦੇ ਹੋ। ਤੇ ਜੇ ਕੋ ਤਪ ਕਰੇ ਸੋ ਛੀਜੈ ਤਪ ਘਰ ਤਪ ਨਾ ਹੋਈ। ਜੇ ਕੋ ਨਾਉ ਲਏ ਬਦਲਾਵੀ ਕਲ ਕੇ ਲੱਖਣ ਇਹ ਕਲਯੁਗ ਦੇ ਲੱਛਣ ਨੇ। ਕਿਉਂ? ਕਿਉਂਕਿ ਹੀਰੇ ਜਿਹੜੇ ਨੇ ਇਹ ਕਦੇ ਕਦਾਈ ਕਿਤੇ ਪਏ ਹੁੰਦੇ ਨੇ, ਕੱਚ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਹੀਰੇ ਬਹੁਤੇ ਜ਼ਿਆਦਾ ਨਹੀਂ ਹੈ। ਤੋ ਜਿਹੜਾ ਇਹ ਕੱਚ ਦੇ ਸਮਾਨ ਲੋਕ ਹੁੰਦੇ ਨੇ, ਇਹਨਾਂ ਦੀ ਵੱਡੀ ਤਾਦਾਦ ਦੇ ਵਿੱਚ ਗਿਣਤੀ ਹੁੰਦੀ ਹੈ। ਹੀਰਾ ਤੇ ਕਦੇ ਵਿਰਲਾ ਵਾਂਝੇ ਕਿਤੇ ਕਿਤੇ ਕਿਸੇ ਕਿਸੇ ਘਰ ਦੇ ਵਿੱਚ ਹੁੰਦਾ। ਅਸਲੀਅਤ ਤਾਂ ਕਿਸੇ ਕਿਸੇ ਘਰ ਦੇ ਵਿੱਚ ਹੁੰਦੀ ਹੈ। ਉਸ ਅਸਲੀਅਤ ਦਾ ਬਨਾਵਟੀ ਰੂਪ ਹਰ ਇੱਕ ਜਗ੍ਹਾ ਤੇ ਪਿਆ ਹੁੰਦਾ ਹੈ। ਅਸਲੀਅਤ ਕਿਤੇ ਕਿਤੇ, ਅਸਲੀਅਤ ਤਪ ਕਰਕੇ ਪਰਮਾਤਮਾ ਦੀ ਸ਼ਕਤੀ ਆਪਣੇ ਕੋਲ ਰੱਖਣੀ ਦਿੱਤੀ ਹੋਈ, ਉਹ ਤਾਂ ਕਿਤੇ ਕਿਸੇ ਵਿਰਲੇ ਵਾਂਝੇ ਦੇ ਕੋਲ ਹੈ। ਤਪ ਕਰਕੇ ਇਸੇ ਸ਼ਕਤੀ ਨੂੰ ਪਖੰਡਵਾਦ ਦੇ ਵਿੱਚ ਵਰਤਣ ਵਾਲੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਪਏ ਨੇ, ਬਹੁਤ ਜ਼ਿਆਦਾ ਪਏ ਨੇ। ਹੀਰਾ ਕਦੇ ਕਦੇ, ਵਿਰਲਾ ਵਾਂਝਾ ਤੇ ਕੱਚ ਦੀ ਗਿਣਤੀ ਬਹੁਤ ਜ਼ਿਆਦਾ ਤੇ ਹਰ ਇੱਕ ਜਗ੍ਹਾ ਤੇ ਮਿਲ ਜਾਂਦਾ ਹੈ, ਹਰ ਇੱਕ ਜਗ੍ਹਾ ਤੇ ਮਿਲ ਜਾਂਦਾ ਹੈ। ਹੀਰਾ ਕਦੇ ਕਦਾਈ ਮਿਲਦਾ ਹੈ। ਗੁਰੂ ਨਾਨਕ ਮਹਾਰਾਜ ਇਸ ਜਗਤ ਦੀਆਂ 4 ਉਦਾਸੀਆਂ ਕੀਤੀਆਂ ਨੇ ਬਾਬੇ ਨਾਨਕ ਨੇ। 4 ਉਦਾਸੀਆਂ, 4 ਉਦਾਸੀਆਂ ਕਰਨ ਤੋਂ ਬਾਅਦ 68 ਸਾਲ ਦੀ ਉਮਰ ਦੇ ਵਿੱਚ ਬਾਬੇ ਨਾਨਕ ਨੇ ਇੱਕ ਕੇਂਦਰ ਬਿੰਦੂ ਬਣਾਇਆ, ਸ਼੍ਰੀ ਕਰਤਾਰਪੁਰ ਸਾਹਿਬ।
ਉਹ ਜਗ੍ਹਾ ਵਸਾਈ। ਜਦੋਂ ਉਹ ਜਗ੍ਹਾ ਵਸਾਈ ਨਾ ਤੇ ਉੱਥੇ ਹੁਣ ਜਿਹੜੀਆਂ ਉਦਾਸੀਆਂ ਕਰਕੇ ਆਏ ਸੀ, ਬਹੁਤ ਦੂਰ ਦੁਰੇਡਿਆਂ ਤੋਂ ਸੰਗਤਾਂ ਬਾਬੇ ਨਾਨਕ ਦੇ ਕੋਲ ਚਰਨਾਂ ਵਿੱਚ ਆਉਂਦੀਆਂ ਸੀ ਆਪਣੀਆਂ ਭੇਟਾਵਾਂ ਲੈ ਕੇ। ਜਦੋਂ ਕੇਂਦਰ ਬਿੰਦੂ ਬਣ ਗਿਆ ਤੇ ਉੱਥੇ ਬਹੁਤ ਸਾਰੀਆਂ ਸੰਗਤਾਂ ਭੇਟਾਵਾਂ ਲੈ ਕੇ ਆਉਣੀਆਂ ਸ਼ੁਰੂ ਹੋ ਗਈਆਂ ਤੇ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲక్ష్ਮੀ ਚੰਦ ਜੀ ਤੇ ਭਾਈ ਲਹਿਣਾ ਜੀ ਉੱਥੇ ਹੀ ਹੁੰਦੇ ਸੀ ਗੁਰੂ ਸਾਹਿਬ ਜੀ ਮਹਾਰਾਜ ਦੇ ਕੋਲੇ। ਜਦੋਂ ਸੰਗਤਾਂ ਭੇਟਾਵਾਂ ਲਿਆ ਕੇ ਰੱਖਣ ਤੇ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲక్ష్ਮੀ ਚੰਦ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਕਹਿਣ ਲੱਗੇ, ਕਹਿੰਦੇ ਪਿਤਾ ਜੀ ਤੁਸੀਂ ਹੁਣ ਬੁੱਢੇ ਹੋ ਗਏ ਹੋ, ਜੇ ਤੁਹਾਡਾ ਹੁਕਮ ਹੋਵੇ ਤੇ ਜਿੰਨੀਆਂ ਸੰਗਤਾਂ ਭੇਟਾਵਾਂ ਲੈ ਕੇ ਆਉਂਦੀਆਂ ਨੇ ਇਹ ਸਾਰੀ ਦੀਆਂ ਸਾਰੀਆਂ ਭੇਟਾਵਾਂ ਕਹਿੰਦੇ ਅਸੀਂ ਸਾਂਭ ਸੰਭਾਲ ਕਰਦਿਆ ਕਰੀਏ। ਧਨ ਲੈ ਕੇ ਆਉਂਦੀਆਂ ਨੇ, ਅਨਾਜ ਲੈ ਕੇ ਆਉਂਦੀਆਂ ਗੁਰੂ ਦੀਆਂ ਸੰਗਤਾਂ। 68 ਸਾਲ ਦੀ ਤੁਹਾਡੀ ਉਮਰ ਹੋ ਗਈ ਹੈ, ਜਗਤ ਦਾ ਐਡਾ ਵੱਡਾ ਭਰਮਣ ਕੀਤਾ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪਣੇ ਵੱਡੇ ਸਪੁੱਤਰ ਬਾਬੇ ਸ਼੍ਰੀ ਚੰਦ ਨੂੰ ਕਹਿਣ ਲੱਗੇ, ਜਿਵੇਂ ਤੇਰੀ ਮਰਜ਼ੀ ਹੈ ਉਵੇਂ ਕਰ। ਕਿਉਂਕਿ ਦੁਨੀਆਦਾਰੀ ਦੇ ਵਿੱਚ ਇਹ ਗੱਲ ਆਮ ਹੈ ਕਿ ਪਿਤਾ ਦੀ ਜਾਇਦਾਦ ਤੇ ਪਿਤਾ ਦੇ ਧਨ ਤੇ ਜਿੰਨਾ ਕੁਛ ਵੀ ਪਿਤਾ ਦੇ ਕੋਲ ਹੁੰਦਾ ਉਹ ਸਾਰੇ ਦੇ ਸਾਰੇ ਹੱਕਦਾਰ ਉਹਦੇ ਪੁੱਤਰ ਹੁੰਦੇ ਨੇ। ਸਮਾਜ ਦੇ ਵਿੱਚ ਇਹ ਰੌ ਰੀਤ ਰਿਵਾਜ ਹੈ, ਸਮਾਜ ਚੱਲਦੀ ਹੈ, ਉਹਦੇ ਹੱਕਦਾਰ ਪੁੱਤਰ ਹੁੰਦੇ ਨੇ। ਤੇ ਬਾਬੇ ਸ਼੍ਰੀ ਚੰਦ ਜੀ ਕਹਿਣ ਲੱਗੇ, ਕਹਿੰਦੇ ਇਸ ਦੇ ਹੱਕਦਾਰ ਬਾਬਾ ਸ਼੍ਰੀ ਚੰਦ ਤੇ ਬਾਬਾ ਲక్ష్ਮੀ ਚੰਦ। ਸੰਗਤਾਂ ਨੇ ਆ ਕੇ ਭੇਟਾ ਰੱਖੀ। ਉਹਨਾਂ ਸਮਿਆਂ ਦੇ ਵਿੱਚ ਕੋਈ ਅਠਿਆਨੀਆਂ ਚਵਾਨੀਆਂ ਦਸੀਆਂ ਪੰਜੀਆਂ ਹੁੰਦੀਆਂ ਸੀ, ਪੈਸਾ 2 ਪੈਸੇ, ਸਾਰੇ ਦੇ ਸਾਰਾ ਧਨ ਚੁੱਕ ਕੇ ਇੱਕ ਪੱਲੂ ਦੇ ਵਿੱਚ ਬੰਨ੍ਹ ਲਿਆ ਬਾਬੇ ਸ਼੍ਰੀ ਚੰਦ ਨੇ ਤੇ ਉਹਦੀ ਗਿਣਤੀ ਸ਼ੁਰੂ ਕੀਤੀ। ਗਿਣਤੀ ਕਰਕੇ ਤੇ ਹੋਰ ਸਿੱਖਾਂ ਨੂੰ ਕਹਿਣ ਲੱਗੇ, ਕਹਿੰਦੇ ਭਾਈ ਸਾਡੇ ਹੱਥ ਸਾਫ਼ ਕਰਵਾਓ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਪੁੱਤਰ ਜੀ ਕੀ ਗੱਲ ਹੋ ਗਈ, ਤੁਹਾਡੇ ਹੱਥਾਂ ਨੂੰ ਕੀ ਲੱਗ ਗਿਆ, ਤੁਸੀਂ ਕੋਈ ਭੋਜਨ ਪਾਣੀ ਤੇ ਛਕਿਆ ਨਹੀਂ ਹੈ, ਭੋਜਨ ਪਾਣੀ ਕੋਈ ਛਕਿਆ ਨਹੀਂ, ਤੁਹਾਡੇ ਹੱਥਾਂ ਨੂੰ ਕੀ ਲੱਗ ਗਿਆ। ਕਹਿੰਦੇ ਪਿਤਾ ਜੀ ਆ ਧਨ ਗਿਣਿਆ ਸੀ ਨਾ, ਇਸ ਦੀ ਗਿਣਤੀ ਦੇ ਕਾਰਨ ਕਰਕੇ ਕਾਲਸ ਲੱਗ ਗਈ ਹੱਥਾਂ ਨੂੰ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਸ਼੍ਰੀ ਚੰਦ ਜਿਹੜਾ ਧਨ ਗਿਣਨ ਦੇ ਨਾਲ ਸਿਰਫ ਤੇ ਸਿਰਫ ਹੱਥਾਂ ਨੂੰ ਕਾਲਸ ਲੱਗਦੀ ਹੈ, ਜਦੋਂ ਇਸ ਧਨ ਨੂੰ ਆਪਣੇ ਕੋਲੇ ਸਾਂਭ ਕੇ ਰੱਖੇਗਾ ਤੇ ਤੇਰਾ ਮਨ ਵੀ ਇਸੇ ਧਨ ਨੇ ਕਾਲਾ ਹੀ ਕਰ ਦੇਣਾ ਹੈ। ਬੋਲੋ ਸਤਨਾਮ। ਇਸ ਧਨ ਨੇ ਤੇਰਾ ਮਨ ਵੀ ਕਾਲਾ ਕਰ ਦੇਣਾ ਹੈ। ਲਾਇਕ ਸੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸੁਪੁੱਤਰ। ਇਹ ਧਨ ਪਿਤਾ ਜੀ ਹੋਰ ਸਾਂਭੇਗਾ ਕੌਣ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਇਸ ਗੱਦੀ ਦੇ ਵਿੱਚ ਪਿਤਾ ਦਾ ਸਾਰਾ ਕੁਛ ਪੁੱਤਰਾਂ ਕੋਲੇ ਜਾਂਦਾ ਹੈ। ਇਹ ਗੱਲ ਵੱਖਰੀ ਹੈ, ਸਮਾਜ ਦੇ ਰੌ ਰੀਤ ਰਿਵਾਜ ਨੇ, ਪਰ ਇਹ ਗੱਦੀ ਦਾ ਜਿੰਨਾ ਕੁਛ ਹੈ ਉਹ ਸਾਰੇ ਦਾ ਸਾਰਾ ਸੇਵਾਦਾਰ ਕੋਲੇ ਜਾਵੇਗਾ, ਕਿਸੇ ਪੁੱਤਰ ਕੋਲੇ ਨਹੀਂ ਜਾਵੇਗਾ, ਸੇਵਾਦਾਰ ਕੋਲੇ ਜਾਵੇਗਾ। ਔਰ ਇਹ ਗੱਦੀ ਵੀ ਸੇਵਾਦਾਰ ਕੋਲੇ ਜਾਵੇਗੀ। ਜਿੰਨਾ ਕੁਛ ਇਸ ਘਰ ਦਾ ਹੈ ਉਹ ਸਾਰੇ ਦਾ ਸਾਰਾ ਕੁਛ ਸੇਵਾਦਾਰਾਂ ਕੋਲ ਹੀ ਜਾਵੇਗਾ, ਬਿਨਾਂ ਸੇਵਾਦਾਰ ਤੋਂ ਕਿਸੇ ਕੋਲ ਨਹੀਂ ਜਾਵੇਗਾ। ਇਸ ਘਰ ਦਾ ਕੁਛ ਵੀ ਨਹੀਂ ਜਾਵੇਗਾ, ਨਾ ਧਨ ਜਾਵੇ ਨਾ ਗੱਦੀ ਜਾਵੇ। ਗਜਬ ਦੀ ਗੱਲ ਹੈ। ਗੁਰੂ ਨਾਨਕ ਮਹਾਰਾਜ ਜਦੋਂ ਗੁਰਤਾ ਗੱਦੀ ਦੀ ਰਸਮ ਕਰਨ ਲੱਗੇ, ਆਪਣੇ 2 ਪੁੱਤਰਾਂ ਨੂੰ ਛੱਡ ਕੇ ਭਾਈ ਲਹਿਣਾ ਜੀ ਨੂੰ ਕਰਦੇ।
गुरु अंगद देव साहब महाराज ने गुरता गद्दी की। रस्म कर लगे बाबे दातू ते बाबे दासू नूं, दो पुत्रां नूं छड्ड के अपने कुड़म नूं गुरता गद्दी दिंदे ने। गुरु अमरदास साहब जी महाराज जदों गुरता गद्दी देण दा समां आया तो वह सारिਆਂ ਨੂੰ ਛੱਡ के अपने जवाई ਨੂੰ गुरता गद्दी दिंदे ने, भाई जेठा जी ਨੂੰ। जदों गुरु रामदास साहब जी महाराज का समा आया, उन्होंने अपने वड्डे दोने सपुत्र बाबा पिरथी चंद ते महादेव ਨੂੰ ਛੱਡ के छोटे सपुत्र गुरु अर्जन देव साहब जी महाराज ਨੂੰ गुरता गद्दी दी। गुरु अर्जन देव साहब महाराज शहीद होए तो गुरता गद्दी हरगोबिंद साहब जी महाराज कोल आ गई। उन्होंने अपने पुत्रां नूं छड्ड के, अपनी धी नूं छड्ड के अपने पोतरे नूं गुरता गद्दी दी है गुरु हरराय साहब जी महाराज नूं। ते गुरु हरराय साहब जी महाराज जी ने हरकृष्ण साहब जी महाराज नूं। गुरु हरकृष्ण साहब जी महाराज उन्होंने जदों गुरता गद्दी देण दा समा आया तो उन्होंने मोड़ के गद्दी ये गुरु तेग बहादुर साहब जी महाराज जियां दे पोतरियां था लगते सन, उन्होंने वापस मोड़ के गुरता गद्दी सी जिहड़ी अपने दादे नूं दे दित्ती गुरु तेग बहादुर साहब जी महाराज नूं। ते गुरु तेग बहादुर साहब महाराज शहीद हो गए तो उस तो बाद गुरता गद्दी की रस्म गुरु गोबिंद सिंह जी महाराज नूं। निर्लेपता का घर है, वखरापन है। गुरु नानक देव साहब महाराज कहन लगे पिरथी चंद, गुरु नानक देव साहब जी महाराज कहन लगे बाबा श्री चंद जी, जेड़े धन दे नाल तेरे हथ काले होए ने, जदों इनू सांभ के रखेगा तो ये तेरा मन भी काला कर देवेगी। बेहतर यही है कि तुसी अपने तपस्या दे विच मगन रहो, इस तो जिन्ना तुसी दूर रहोगे उन्ना ठीक है। तो ये सारे का सारा कुछ सेवादार दे कोल ही रहेगा। सेवादार भाई लहना जी। बाबा श्री चंद जी महाराज जी ने गुरु नानक देव साहब जी महाराज का वचन मन्निया, कहते ये मन काला हो जाएगा जिस तरह तुसी इहदी साम संभाल करते जाओगे। तो गुरु नानक देव साहब जी महाराज जी ने ये वचन किया बाबे श्री चंद नूं कि ये गुरता गद्दी का जिन्ना कुछ भी है वो सारे का सारा सेवादार दे कोल ही रहेगा। तो सेवादार किसनों कहते हैं, किसनों कहते हैं सेवादार? ये तो हर कोई गल एको ही कह दिंदा ना कि मैं सेवादार हाँ जी, मैं सेवादार हाँ, मैं लंगर का सेवादार हाँ, मैं मंदिर का सेवादार हाँ। नहीं, सेवादार की कदे परिभाषा पढ़ के देखो। सेवादार उन्होंने कहते ने जेड़ा अपने आप ते हुक्म चलाउंदा नहीं ते केवल हुक्म नूं मनदा है, उन्होंने सेवादार कहते हैं। केवल कला हुक्म मनदा है जेड़ा। बाबे नानक दा ते भाई लहणे दा इतिहास पढ़ के देख लियो। सेवादार दे गल चली है ते उत्थे सेवा दा मतलब है कि केवल ते केवल हुक्म नूं मनना, उन्होंने सेवादार कहते हैं। धर्म दे विच इतिहास दे विच ते उन्होंने सेवादार कहते हैं। आ दुनियादारी दे विच एक दिन विच बंदा 20 हुक्म तां परमात्मा दे घर दे विच लागू कर दिंदा है। हजे कह दिंदा है परमात्मा मैं तेरा सेवादार है। पहला परमात्मा नूं पुछता लै भी परमात्मा अपना सेवादार मनदे किहनूं ने? कदे परमात्मा नूं नहीं पुछिया कि परमात्मा जी मैनूं एक गल दस्सिओ कि सेवादार तुसीं किहनूं मनदे हो अपना? बस कह देना है कि परमात्मा दे सेवादार हैं, कह देना है। गुरु साहब जी महाराज कहते कहण दे मुताबिक थोड़ो है। गुरु नानक देव साहब जी महाराज जी ने बचन किया है, सो क्यों मंदा आखिए जित जम है राजान। एक दो प्रमाण मैं दे देवां कि दुनिया के लोगों तुसीं इन्हां मतावां नूं कुछ ना कहो, इन्हां दे कुख दे विचों राजे महाराजे जन्म लैंदे ने। हुण राजे तो सारिਆਂ ने कहता, पर बाबे नानक नूं ये गल तां किसी ने पूछी नहीं कि गुरु ग्रंथ साहिब जी महाराज तुसीं राजे मनदे किहनूं हो? तुहाडी नज़र दे विच कौन राजा है? तुहाडी नज़र दे विच राजा कौन है? तो गुरु नानक देव साहब जी महाराज कहते राजा सगली सृष्टि का हर नाम मन पिना। साडी नज़र दे विच ओ राजा है जिस राजे दे अर्थ ने रज्या होया, जिस दे शरीर दे रोम रोम दे विचों परमात्मा दे नाम दी आवाज़ आउंदी होवे। गुरु ग्रंथ साहिब जी महाराज कहते वो साडा राजा है।
ਅਸੀਂ ਉਹਨੂੰ ਰਾਜਾ ਮੰਨਿਆ। ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਕਿ ਸੇਵਾਦਾਰ ਦੀ ਪਰਿਭਾਸ਼ਾ ਹੈ ਕੇਵਲ ਤੇ ਕੇਵਲ ਹੁਕਮ ਨੂੰ ਮੰਨਣਾ, ਹੁਕਮ ਲਾਗੂ ਕਰਨਾ ਨਹੀਂ ਹੈ। ਅੱਜ ਦੁਨੀਆਦਾਰੀ ਦੇ ਵਿੱਚ ਹਰ ਇੱਕ ਮਨੁੱਖ ਦੀ ਇਹ ਇੱਛਾ ਬਣੀ ਹੋਈ ਹੈ ਕਿ ਮੈਂ ਆ ਕੇ ਹੁਕਮ ਲਾਗੂ ਕਰਨਾ ਹੈ, ਆਹ ਕੰਮ ਹੋਣਾ ਚਾਹੀਦਾ ਹੈ, ਮੇਰਾ ਹੁਕਮ ਹੈ। ਕੌਣ ਨੇ ਸੇਵਾਦਾਰ? ਕਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚੋਂ ਸਾਰੀ ਜ਼ਿੰਦਗੀ ਦੇ ਵਿੱਚ ਕਦੇ ਪੁੱਛਿਆ? ਅਖੰਡ ਪਾਠ ਤੇ ਸਹਿਜ ਪਾਠ ਤਾਂ ਬਥੇਰੇ ਹੋ ਗਏ, ਸੁਖਮਣੀ ਬਥੇਰੀ ਹੋ ਗਈ, ਆ 5 ਬਾਣੀਆਂ ਦਾ ਨਿਤਨੇਮ ਬਥੇਰਾ ਹੋ ਗਿਆ। ਕਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕਦੇ ਕਿਸੇ ਨੇ ਪੁੱਛਿਆ ਕਿ ਮਹਾਰਾਜ ਤੁਸੀਂ ਸੇਵਾਦਾਰ ਮੰਨਦੇ ਕਿਹਨੂੰ? ਇਤਿਹਾਸ ਬਥੇਰਾ ਪੜ੍ਹ ਲਿਆ, ਬਥੇਰਾ ਸੁਣ ਲਿਆ, ਬਥੇਰਾ ਗਾ ਲਿਆ, ਬੜਾ ਕੁਛ ਕਰ ਲਿਆ, ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਕਿ ਮਹਾਰਾਜ ਤੁਸੀਂ ਸੇਵਾਦਾਰ ਕਿਹਨੂੰ ਮੰਨਦੇ ਹੋ। ਤੋ ਸਾਰੇ ਦਾ ਸਾਰਾ ਇਤਿਹਾਸ ਪੜ੍ਹ ਲਿਓ, ਸਿਲਸਿਲਾਵਾਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪੜ੍ਹ ਲਿਓ। ਇੱਕੋ ਹੀ ਗੱਲ ਮਿਲੂਗੀ ਸੇਵਾਦਾਰ ਦੀ ਪਰਿਭਾਸ਼ਾ ਸਾਰੀ ਜਗ੍ਹਾ ਤੇ ਕਿ ਜਿਹੜਾ ਲਗਾਤਾਰ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਦਰ ਤੋਂ ਹੋਇਆ ਹੁਕਮ ਮੰਨਦਾ ਹੈ, ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਗੁਰੂ ਦਾ ਇਤਿਹਾਸ ਆਪਣਾ ਸੇਵਾਦਾਰ ਮੰਨਦਾ ਹੈ ਕਿ ਸਾਡਾ ਇਹ ਸੇਵਾਦਾਰ ਹੈ। ਤੇ ਇਹ ਹੁਣ ਕੱਲੀ ਕੱਲੀ ਜ਼ਿੰਦਗੀ ਤੇ ਆਪੇ ਦੇਖ ਲਈਏ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਹੜਾ ਹੁਕਮ ਹੈ ਇਹ ਕਿੰਨਿਆਂ ਕੁ ਨੇ ਮੰਨਿਆ, ਕਿੰਨੇ ਕੁ ਮੰਨਦੇ ਨੇ, ਕਦੇ ਮੰਨਿਆ। ਤੇ ਦੂਜੇ ਪੁਆਇੰਟ ਪਾਸੇ ਇਹ ਵੀ ਨਾਲ ਲੈ ਲੈਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੁਕਮ ਕਿੰਨਾ ਕੁ ਮੰਨਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਘਰ ਦੇ ਵਿੱਚ ਹੁਕਮ ਅਸੀਂ ਕਿੰਨੇ ਕੁ ਜਾ ਕੇ ਲਾਗੂ ਕੀਤੇ ਹੋਏ ਨੇ, ਚਲਾਏ ਹੁਕਮ ਕਿੰਨੇ ਨੇ, ਮੰਨਿਆ ਕਿੰਨਾ ਕੁ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਸੇਵਾਦਾਰ ਦੀ ਪਰਿਭਾਸ਼ਾ ਪੜ੍ਹ ਲੈ। ਲੈਣੇ ਨੂੰ ਕਿਹਾ ਸੀ ਲੈਣਿਆ, ਆ ਚਿੱਟੇ ਕੱਪੜੇ ਦੇ ਥੱਲੇ ਮੁਰਦਾ ਪਿਆ, ਇਹਨੂੰ ਛਕ ਲੈ। ਐਡੀ ਵੱਡੀ ਗੱਲ ਕਹੀ ਸੀ ਬਾਬੇ ਨਾਨਕ ਨੇ। ਹੱਥ ਜੋੜ ਕੇ ਖੜਾ ਰਿਹਾ। ਬਾਬਾ ਨਾਨਕ ਜੀ ਕਹਿਣ ਲੱਗੇ ਕਿਉਂ ਛਕਣਾ ਨਹੀਂ? ਕਹਿੰਦਾ ਮਹਾਰਾਜ ਛਕਣਾ ਤੇ ਹੈ, ਪਰ ਹਜੇ ਤੱਕ ਤੁਹਾਡਾ ਹੁਕਮ ਇਹ ਨਹੀਂ ਹੋਇਆ ਕਿ ਇਸ ਮੁਰਦੇ ਨੂੰ ਮੈਂ ਸਿਰ ਵਾਲੇ ਪਾਸੋਂ ਖਾਣਾ ਸ਼ੁਰੂ ਕਰਾਂ ਜਾਂ ਮੈਂ ਪੈਰਾਂ ਵਾਲੇ ਪਾਸੋਂ ਖਾਣਾ ਸ਼ੁਰੂ ਕਰਾਂ, ਕਿੱਥੋਂ ਖਾਣਾ ਸ਼ੁਰੂ ਕਰਾਂ? ਵਾਹ ਜੀ ਵਾਹ, ਇਹ ਸੇਵਾਦਾਰ ਸੀ। ਕਿੱਥੋਂ ਖਾਣਾ ਸ਼ੁਰੂ ਕੀਤਾ? ਜਦੋਂ ਪੱਲੂ ਚੱਕਿਆ ਸੀ ਤੇ ਥੱਲੇ ਦੇਗ ਬਣੀ ਪਈ ਸੀ। ਇਹਨੂੰ ਕਹਿੰਦੇ ਸੀ ਮਹਾਰਾਜ ਦਾ ਹੁਕਮ ਮੰਨਣਾ। ਜਿਹੜਾ ਕੋਈ ਮਹਾਰਾਜ ਦਾ ਹੁਕਮ ਨੂੰ ਮੰਨਦਾ ਹੈ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਤੇਰੇ ਘਰ ਦੇ ਵਿੱਚ ਹਰੇਕ ਪ੍ਰਕਾਰ ਦੀਆਂ ਬਰਕਤਾਂ ਸਾਡੇ ਘਰ ਦੇ ਵਿੱਚ ਆਉਣਗੀਆਂ। ਸਭ ਕੁਛ ਤੇਰਾ ਹੈ, ਜਿੰਨਾ ਮਰਜ਼ੀ ਲੁੱਟੀ ਚੱਲ, ਦੇਂਦਾ ਦੇ, ਲੈਂਦੇ ਥੱਕ ਪਾਏ। ਤੂੰ ਲੈਣ ਵਾਲਾ ਬਣ, ਸਾਰੀਆਂ ਤਲੀਆਂ ਤੇ ਰੱਖੀ ਬੈਠੇ ਤੇਰੇ ਵਾਸਤੇ ਬਰਕਤਾਂ। ਪਰ ਤੂੰ ਸੇਵਾਦਾਰ ਬਣ। ਸੇਵਾਦਾਰ ਦਾ ਅਰਥ ਹੈ ਕਿ ਹੁਕਮ ਨੂੰ ਮੰਨਣਾ। ਤੇ ਜੇ ਕਦੇ ਅਸੀਂ ਪਰਮਾਤਮਾ ਦੇ ਘਰ ਦੇ ਵਿੱਚ ਹੁਕਮ ਚਲਾ ਗਏ ਆਪਣਾ, ਫਿਰ ਤਾਂ ਬਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਹੀ ਪੁੱਛ ਲਿਓ ਕਿ ਅਸੀਂ ਤੁਹਾਡੇ ਸੇਵਾਦਾਰ ਹਾਂ ਕਿ ਕੀ ਲੱਗਦੇ ਆ। ਮਹਾਰਾਜ ਕਹਿੰਦੇ ਜੇ ਕੋ ਨਾਉ ਲਏ ਬਦਨਾਵੀ ਕਲ ਕੇ ਲਖਣ ਇਹੀ। ਕੋਈ ਤੂੰ ਸੇਵਾਦਾਰ ਨਹੀਂ, ਤੂੰ ਸਿਰਫ ਤੇ ਸਿਰਫ ਕਲਯੁਗ ਹੈ, ਇੱਥੇ ਆ ਕੇ ਹੁਕਮ ਲਾਗੂ ਕਰਦਾ ਹੈ ਤੇ ਖਾਮਖਾ ਦਾ ਤੂੰ ਐਵੇਂ ਸੇਵਾਦਾਰਾਂ ਨੂੰ ਬਦਨਾਮ ਕਰਦਾ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜੇ ਕੋ ਤਪ ਕਰੇ ਸੋ ਛੀਜੈ, ਤਪ ਘਰ ਤਪ ਨਾ ਹੋਈ। ਜੇ ਕੋ ਨਾਉ ਲਏ ਬਦਨਾਵੀ ਕਲ ਕੇ ਲਖਣ ਇਹੀ। ਕਲਯੁਗ ਦੇ ਲੱਛਣ ਨੇ ਤੇ ਬਦਨਾਮ ਤਾਂ ਸਾਰੇ ਕਰਦੇ ਨੇ ਇੱਕ ਦੂਜੇ ਨੂੰ। ਕਦੇ ਕੋਈ ਗੁਰਦੁਆਰੇ ਨਾ ਆਇਆ ਹੋਏ, ਚਾਣ ਚੱਕ ਵਿਚਾਰਾ ਆਉਣ ਲੱਗ ਜੇ 10-12 ਦਿਨ 20 ਦਿਨ 50 ਦਿਨ ਜਦੋਂ ਕੋਈ ਆਉਂਦਾ ਹੈ, ਕਹਿੰਦੇ ਇਹਨੂੰ ਪਤਾ ਨਹੀਂ ਕੀ ਮਹਾਰਾਜ ਤੱਕ ਲੋੜ ਪੈਗੀ, ਕਰਦੇ ਆ ਨਾ ਬਦਨਾਮ ਉਹਨੂੰ। ਤੇ ਫਿਰ ਮਹਾਰਾਜ ਕਹਿੰਦੇ ਤੂੰ ਸੇਵਾਦਾਰ ਥੋੜ੍ਹਾ, ਤੂੰ ਤਾਂ ਕਲਯੁਗ ਹੈ। ਕਲਯੁਗ ਕਦੇ ਸੜਕਾਂ 'ਤੇ ਤੁਰਿਆ ਫਿਰਦਾ ਨਹੀਂ ਮਿਲੂਗਾ। ਕਲਯੁਗ ਕਦੇ ਕਿਸੇ ਦੇ ਘਰੇ ਚੱਲ ਕੇ ਨਹੀਂ ਆਉਂਦਾ। ਕਲਯੁਗ ਕਿਸੇ ਦੇ ਘਰੇ ਆਵਾਜ਼ ਮਾਰ ਕੇ ਨਹੀਂ ਆਉਂਦਾ ਕਿ ਮੈਂ ਕਲਯੁਗ ਆ, ਮੈਨੂੰ ਤੁਸੀਂ ਘਰੇ ਵਾੜ ਲਓ। ਕਲਯੁਗ ਕਿਸੇ ਦੇ ਘਰੇ ਨਹੀਂ ਬੈਠਾ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਕਲਯੁਗ ਤੇਰੇ ਅੰਦਰ ਹੀ ਹੈ, ਅੰਦਰ ਹੀ ਹੈ ਤੇਰੇ।
बस प्रगट रूप दे विच तू उहनूं करी फिरदा। होर कलयुग दे की लक्षण ने? यही कलयुग दे लक्षण ने। ते ये लक्षण बंदे दे अंदरों ही फुटदे ने, बाहरों नहीं फुटदे। किसी नूं बदनाम करना होवे कोई डिग्री करके आउणी पैंदी है, स्कूलों दे विच पढ़ाइयां करनियां पैंदियां कि कोई डिग्रियां करनियां पैंदियां भी असीं फलाने बदनाम करना सी किसी नूं ते सानूं डिग्री कराओ। डिग्री कराउण दी की लोड़ है? किसी नूं बदनाम करना है ते कर दिओ, अपने अंदरों करो। तां इहदा मतलब है कलयुग जिहड़ी कालख है ये साडे अंदर ही पई है। जिन्ना कुछ है साडे अंदर है। जे को तप ना करना होवे, हुण सानूं किहड़ा कोई घरे लिखती रूप करके दे के जांदा भी तुसीं सुखमनी साहिब ना पढ़ो, सुखमनी साहिब ना पढ़ो, जपजी साहिब ना पढ़ो। ये भी कलयुग का लक्षण है। तो यही तो लक्षण साडे विच पाए जाते हैं। तो कलयुग तो साडे शरीर के अंदर ही है, शरीर के अंदर ही है। जे को तप करे सो सीजै, तप घर तप ना होई। जे को नाम ले बदनावे कल के लखणई। जे नाम जपण वालियां नूं, संगत करन वालियां नूं, संगत कराउण वालियां नूं बदनाम करना होवे तो कोई डिग्री करके आउणी पैंदी है। तुरे जांदे जदों मर्जी बदनाम कर दिओ। ते ये तो दुनिया आम ही काम करदी है, आम ही है। तो फिर गुरु ग्रंथ साहिब जी महाराज कहते ने, सज्जना तू ये ना समझी भी मैं तो सतसंगत करदा क्योंकि सचखंड च तेरे वास्ते पलंगा डे जूगा, भलेखे च ना रही। महाराज कहते ये कलयुग के लक्षण ने, तू कलयुग है। जे को नाओ ले बदनामी, समाज दे विच किसे नूं भी बदनाम करें ते कलयुग ही है। तू पूर्ण रूप दे विच हजे मनुख नहीं बनया, मर्द नहीं बनया, हजे तक बंदा नहीं बनया पूर्ण रूप दे विच। तो गुरु साहिब जी महाराज जी ने यह महान वाक है जिहड़ा अज दे इस सुभागे समय दे विच सानूं बख्शिया है। तो गुरु साहिब जी महाराज जिन्नियां बरकतां बख्शदे ने ना, सारा कुछ तुहानूं मिल जाना। रोटी चाह पानी लीड़ा कपड़ा रहण वास्ते, मकान मोटर गड्डियां कारां, सारियां सहूलतां सारा कुछ तुहानूं मिल जाना समाज दे विच। पर जिहड़ा कुछ आ संगत दे विचों मिलना ना, ये 24 घंटियां तो पहला हुण तुहानूं दुबारे ही नहीं मिलना, दुबारे नहीं मिलना। ते जिहड़ी चीज़ सानूं 24 घंटियां तो बाद मिलनी है, मान लो सानूं कह देन कोई कि तुहानूं हुण 24 घंटे असीं पानी नहीं देना, कि असीं हुणे कवांगे मटका भर के हुणे कोले रख लो, बाद दे विच ते पानी मुक जाना, 24 घंटे नहीं मिलना। इसे वास्ते जो गुरु दा शब्द आउंदा है उहनूं पूर्ण रूप दे विच अपने कोल साਂਭ संभाल करके रखिया करो, ताकि 24 घंटियां तक तां कम से कम उहदा असर रहे ही रहे साडे तां। गुरु साहिब जी महाराज जी कृपा करन। मैं इस तो अगे होर शब्द नहीं बोलांगा क्योंकि समाप्ति का समा हो गया। गुरु साहिब जी महाराज जी कृपा करन। भुलां चुकां दी खिमा आईयां संगतां दा धन्नवाद। प्रेम दे नाल सारी संगत बुलाओ फतेह। वाहिगुरू जी का खालसा, वाहिगुरू जी की फतेह।